ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਬਸੇ ਚੁਮਾਸਾ ਸਤਿਗੁਰੂ ਡੇਰਾ ਦੀਨ ਮੁਕਾਮ। ਸੈਫ ਦੀਨ ਸੇਵਾ ਕਰਹਿ ਨਿਤ ਪ੍ਰਤ ਆਏ ਸਲਾਮ। ਬਸੇ ਚੁਮਾਸਾ ਸਤਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਜੀ ਦੀ ਸਾਧ ਸੰਗਤ ਜੀਓ। ਆਪ ਸਭ ਵੱਡੇ ਭਾਗਾਂ ਵਾਲੇ ਹੋ ਜੋ ਪਾਵਨ ਪਵਿੱਤਰ ਸਥਾਨ ਪਾਤਸ਼ਾਹੀ ਨੌਵੀਂ ਗੁਰਦੁਆਰਾ ਚੋਲਾ ਸਾਹਿਬ ਨਗਰ ਕਾਲੇਕੇ ਦੇ ਵਿਖੇ ਸੰਧਿਆ ਦੇ ਸਮੇਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਕੱਲ ਵਾਲੇ ਦੀਵਾਨਾਂ ਵਿੱਚ ਆਪ ਸੰਗਤ ਜੀ ਨੇ ਸਰਵਣ ਕੀਤਾ ਹੈ ਕਿ ਜੋ ਦੋ ਅਹਿਦੀਏ ਔਰੰਗਜ਼ੇਬ ਦਾ ਭੇਜਿਆ ਹੋਇਆ ਪੱਤਰ ਲੈ ਕਰਕੇ ਸਤਿਗੁਰੂ ਜੀ ਦੇ ਪਾਸ ਅਨੰਦਪੁਰ ਸਾਹਿਬ ਪਹੁੰਚੇ ਸਨ। ਸਤਿਗੁਰੂ ਜੀ ਨੇ ਉਹਨਾਂ ਦਾ ਭੇਜਿਆ ਹੋਇਆ ਪੱਤਰ ਪੜ੍ਹ ਕਰਕੇ ਵਿਚਾਰ ਕਰਕੇ ਫਿਰ ਆਪ ਵੀ ਇੱਕ ਪੱਤਰ ਲਿਖਵਾਇਆ ਹੈ, ਜਿਸ ਵਿੱਚ ਲਿਖਿਆ ਹੈ ਕਿ ਕੁਝ ਸਮਾਂ ਬਾਅਦ ਅਸੀਂ ਆਪ ਹੀ ਦਿੱਲੀ ਚੱਲ ਕੇ ਆਵਾਂਗੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਅਹਿਦੀਆਂ ਨੂੰ ਭੇਜ ਕਰਕੇ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਹੈ। ਅਨੰਦਪੁਰ ਸਾਹਿਬ ਨੂੰ ਛੱਡ ਕਰਕੇ ਸਤਿਗੁਰੂ ਜੀ ਚੱਲੇ ਹਨ, ਨਾਲ ਸਿੱਖ ਸੰਗਤਾਂ ਹਨ। ਇੱਕ ਤੁਰਕ ਹੈ ਸੈਫਦੀਨ, ਜੋ ਸਤਿਗੁਰੂ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਬੜਾ ਪ੍ਰੇਮ ਹੈ ਇਸ ਦੇ ਮਨ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਪ੍ਰਤੀ। ਹਰ ਸਮੇਂ ਮਹਾਰਾਜ ਜੀ ਨੂੰ ਯਾਦ ਕਰਦਾ ਹੈ। ਮਹਾਰਾਜ ਚਲਦੇ ਚਲਦੇ ਜੋ ਉਸਨੇ ਸੈਫਾਬਾਦ ਨਗਰ ਵਸਾਇਆ ਹੋਇਆ ਸੀ ਉਸ ਦੇ ਬਾਹਰ ਪਹੁੰਚੇ ਹਨ, ਜਾ ਕਰਕੇ ਡੇਰਾ ਲਗਾਇਆ ਹੈ। ਜਦੋਂ ਸਤਿਗੁਰੂ ਜੀ ਪਹੁੰਚੇ ਹਨ, ਕਿਸੇ ਮਨੁੱਖ ਨੇ ਜਾ ਕਰਕੇ ਸੈਫਦੀਨ ਨੂੰ ਦੱਸਿਆ ਹੈ ਕਿ ਕੋਈ ਬਾਹਰ ਆ ਕਰਕੇ ਕਾਫੀ ਸੰਗਤਾਂ ਦੇ ਸਮੇਤ ਆਏ ਹਨ, ਪਤਾ ਨਹੀਂ ਹੈ ਕੌਣ ਹਨ। ਫਿਰ ਉਸਨੇ ਆਪਣੇ ਮਨੁੱਖ ਭੇਜੇ ਕਿ ਪਤਾ ਕਰਕੇ ਆਓ ਕਿ ਸਾਡੇ ਨਗਰ ਵਿੱਚ ਕੌਣ ਆਏ ਹਨ। ਤਾਂ ਉਹਨਾਂ ਮਨੁੱਖਾਂ ਨੇ ਸਿੱਖਾਂ ਤੋਂ ਪੁੱਛਿਆ ਹੈ ਕਿ ਆਪ ਜੀ ਦੱਸਣਾ ਕਰੋ ਕਿੱਥੋਂ ਆਏ ਹੋ, ਕੌਣ ਹੋ। ਉਹਨਾਂ ਫਿਰ ਦੱਸਿਆ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ। ਫਿਰ ਜਾ ਕੇ ਜਦੋਂ ਉਹਨਾਂ ਮਨੁੱਖਾਂ ਨੇ ਸੈਫਦੀਨ ਨੂੰ ਦੱਸਿਆ ਹੈ ਕਿ ਭਾਈ ਜਿਨ੍ਹਾਂ ਦੇ ਦਰਸ਼ਨਾਂ ਨੂੰ ਤੂੰ ਰਾਤ ਦਿਨੇ ਤਰਸਦਾ ਹੈ, ਜਿਨ੍ਹਾਂ ਨੂੰ ਹਰ ਵੇਲੇ ਯਾਦ ਕਰਦਾ ਹੈ, ਉਹ ਆਪ ਹੀ ਅਚਾਨਕ ਚੱਲ ਕਰਕੇ ਤੇਰੇ ਨਗਰ ਵਿੱਚ ਆਏ ਹਨ। ਫਿਰ ਛੇਤੀ ਦੇ ਨਾਲ ਜਾ ਕਰਕੇ ਸੈਫਦੀਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ। ਸਾਰੇ ਸਿੱਖਾਂ ਨੂੰ ਅਤੇ ਸਤਿਗੁਰੂ ਜੀ ਨੂੰ ਨਾਲ ਲੈ ਕਰਕੇ ਆਪਣੇ ਬਾਗ ਦੇ ਵਿੱਚ ਡੇਰਾ ਕਰਵਾਉਂਦਾ ਹੈ। ਉੱਥੇ ਜਾ ਕਰਕੇ ਪ੍ਰਸ਼ਾਦੇ ਪਾਣੀ ਦੇ ਨਾਲ ਹੋਰ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਕਰਦਾ ਹੈ। ਇਹ ਪ੍ਰਸੰਗ ਆਪ ਜੀ ਨੇ ਕੱਲ੍ਹ
ਕੱਲ ਸਰਵਣ ਕੀਤਾ ਸੀ। ਸੋ ਅੱਗੇ ਜਿਸ ਤਰ੍ਹਾਂ ਵੀ ਕਥਾ ਆਵੇਗੀ, ਆਪ ਸਾਰੀ ਸੰਗਤ ਬੜੀ ਸ਼ਰਧਾ ਨਾਲ, ਪ੍ਰੇਮ ਦੇ ਨਾਲ ਸਰਵਣ ਕਰਨਾ ਕਰੋ। ਸਾਰੀ ਹੀ ਸੰਗਤ ਇੱਕ ਵਾਰ ਕਹਿਣ ਤੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸੇ ਚਮਾਸਾ ਸਤਿਗੁਰੂ। ਸਤਿਗੁਰੂ ਮਹਾਰਾਜ ਜੀ ਜੋ ਚਮਾਸਾ ਭਾਵ ਕੇ ਬਰਸਾਤਾਂ ਦੇ ਦਿਨ ਹਨ, 4 ਮਹੀਨੇ ਦੇ, ਜੋ ਹਾੜ ਸੁਦੀ 12 ਤੋਂ ਕੱਤਕ ਸੁਦੀ 12 ਤੱਕ ਗਿਣੇ ਜਾਂਦੇ ਹਨ। ਇਹ ਸਤਿਗੁਰੂ ਮਹਾਰਾਜ ਜੀ ਇਹਨਾਂ ਦਿਨਾਂ ਵਿੱਚ ਵਸੇ ਹਨ। ਡੇਰਾ ਕੀਨ ਮੁਕਾਮ। ਆਪਣਾ ਡੇਰਾ ਲਗਾਇਆ ਹੋਇਆ ਹੈ ਸਤਿਗੁਰੂ ਜੀ ਨੇ। ਸੈਫ ਦੀਨ ਸੇਵਾ ਕਰਹਿ। ਅਤੇ ਸੈਫਦੀਨ ਸਤਿਗੁਰੂ ਜੀ ਦੀ ਸੇਵਾ ਕਰਦਾ ਹੈ। ਨਿਤ ਪ੍ਰਤ ਆਏ ਸਲਾਮ। ਹਰ ਰੋਜ਼ ਆ ਕਰਕੇ ਸਤਿਗੁਰੂ ਜੀ ਨੂੰ ਸਲਾਮ ਕਰਦਾ ਹੈ, ਨਮਸਕਾਰ ਕਰਦਾ ਹੈ। ਜਾਓ ਪਈ ਸੰਗਤ ਗੁਰ ਕੀ ਠਾਣ ਹਮੇਛੂ। ਹਮੇਸ਼ਾ ਹੀ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕਰਦਾ ਹੈ ਆ ਕਰਕੇ। ਤਿਉ ਤਿਉ ਚਿਤ ਨਹਿ ਪ੍ਰੇਮ ਵਿਸ਼ੇਸ਼ੂ। ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕਰਦਾ ਹੈ, ਤਿਵੇਂ ਤਿਵੇਂ ਇਸ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਵੱਧਦਾ ਜਾਂਦਾ ਹੈ। ਕਬਹੂ ਲੈ ਨਿਜ ਸੰਗ ਸਿਧਾਰਹਿ। ਕਦੇ ਕਦੇ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕਰਕੇ ਜਾਂਦਾ ਹੈ। ਸਦਨ ਆਪਣੇ ਜਾਏ ਬਿਠਾਰਹਿ। ਜਾ ਕਰਕੇ ਆਪਣੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਉਂਦਾ ਹੈ। ਪਰਚੇ ਰਹਿ ਇਹਾਂ ਚਿਰਕਾਲਾ। ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਬਹੁਤੇ ਤੋਂ ਬਹੁਤਾ ਸਮਾਂ ਮੇਰੇ ਘਰ ਦੇ ਵਿੱਚ ਹੀ ਪਰਚੇ ਰਹਿਣ। ਜਾਂ ਤੇ ਠਾਨਤ ਜਤਨ ਵਿਸਾਲਾ। ਇਸ ਕਰਕੇ ਬਹੁਤੇ ਜ਼ਿਆਦੇ ਯਤਨ ਕਰਦਾ ਹੈ। ਅਨੇਕ ਭਾਂਤ ਕੀ ਬਾਤ ਸੁਣਾਵੇ। ਅਨੇਕਾਂ ਹੀ ਤਰੀਕਿਆਂ ਦੀਆਂ ਗੱਲਾਂ ਬਾਤਾਂ ਸਤਿਗੁਰੂ ਮਹਾਰਾਜ ਜੀ ਨੂੰ ਸੁਣਾਉਂਦਾ ਹੈ। ਘਰ ਅੰਤਰ ਕੇ ਬਾਗ ਦਿਖਾਵੇ। ਜੋ ਇਸ ਦੇ ਘਰ ਦੇ ਵਿੱਚ ਫਲਦਾਰ ਬੂਟਿਆਂ ਦੇ ਬਾਗ ਲੱਗੇ ਹਨ, ਉਹ ਸਤਿਗੁਰੂ ਜੀ ਨੂੰ ਦਿਖਾਉਂਦਾ ਹੈ। ਬਾਹਰ ਫਰਸ ਸੁੰਦਰ ਦਸਵਾਵੇ। ਫਿਰ ਸੁੰਦਰ ਜੋ ਫਰਸ਼ ਮਹਾਰਾਜ ਜੀ ਵਾਸਤੇ ਵਿਛਾਈ ਕਰਦਾ ਹੈ। ਕਰ ਬਿਰਤੀ ਸਨਮਾਨ ਬਿਠਾਵੇ। ਸੁੰਦਰ ਪਲੰਗ ਢਾ ਕਰਕੇ, ਸੁੰਦਰ ਉਸ ਦੇ ਉੱਪਰ ਬਸਤਰ ਵਿਛਾ ਕਰਕੇ, ਬੇਨਤੀ ਕਰਕੇ ਬੜੇ ਸਨਮਾਨ ਦੇ ਨਾਲ ਸਤਿਗੁਰੂ ਜੀ ਨੂੰ ਬਿਠਾਉਂਦਾ ਹੈ। ਚਾਰੂ ਚੌਪਰ ਅਦਰ ਵਿਛਾਵੇ। ਫਿਰ ਜੋ ਸੁੰਦਰ ਚੌਪਰ ਹੈ, ਜੋ ਚੌਪਰ ਖੇਡਦੇ ਹਨ, ਉਹ ਚੌਪਰ ਜਿਹੜੀ ਵਿਛਾਉਂਦਾ ਹੈ। ਖੇਲੇ ਗੁਰ ਸੋ ਡਲਨ ਰੁੜਾਵੇ। ਤੇ ਉਹ ਚੌਪਰ ਦੀਆਂ ਡਲੀਆਂ ਸੁੱਟ ਸੁੱਟ ਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਖੇਡਦਾ ਹੈ। ਇੱਕ ਦੋ ਜਾਮ ਸਦਨ ਮਹਿ ਰਾਖੈ। ਇੱਕ ਦੋ ਪਹਿਰ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਵਿੱਚ ਰੱਖਦਾ ਹੈ। ਖੇਲਨ ਹਿਤ ਪੁਨ ਪੁਨ ਮੁਖ ਭਾਖੈ। ਬਾਰ-ਬਾਰ ਸਤਿਗੁਰੂ ਮਹਾਰਾਜ ਜੀ ਨੂੰ ਚੌਪਰ ਖੇਲਣ ਦੇ ਵਾਸਤੇ ਬੇਨਤੀਆਂ ਕਰਦਾ ਹੈ। ਖਾਨ ਪਾਨ ਕੀ ਸੇਵਾ ਕਰੈ। ਫਿਰ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਸੇਵਾ ਕਰਦਾ ਹੈ। ਸਿਮਰ ਵਿਖੇ ਵਸਤੂ ਸਭ ਧਰੈ। ਜੋ ਬਾਹਰ ਬਾਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਡੇਰਾ ਲਵਾਇਆ ਹੈ, ਉਸ ਡੇਰੇ ਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ ਜੋ ਭੇਜਦਾ ਹੈ ਉੱਥੇ ਰੱਖਦਾ ਹੈ। ਕ੍ਰਿਤ ਮਿਸਤਾਨ ਅੰਨ ਗਨ ਨੀਕੇ। ਜਿਹਦੇ ਵਿੱਚ ਘਿਓ, ਹੋਰ ਮਿੱਠਾ ਅੰਨ ਆਦਿਕ ਹੋਰ ਵਸਤੂਆਂ ਜਿਹੜੀਆਂ ਚੰਗੀਆਂ ਹਨ। ਅਪਰ ਆਹਾਰ ਜੇ ਭਾਵਤ ਜੀ ਕੇ। ਹੋਰ ਵੀ ਆਹਾਰ ਜਿਹੜੇ ਹਨ, ਪ੍ਰਸ਼ਾਦਾ ਪਾਣੀ ਬਣਾਉਣ ਦੀਆਂ ਜਿਹੜੀਆਂ ਵਸਤੂਆਂ ਹਨ, ਜੋ ਮਨ ਨੂੰ ਭਾਉਣ ਵਾਲੀਆਂ ਹਨ। ਦੁਗਧ ਦਦੀ ਤੇ ਆਦਿਕ ਜੇ। ਹੋਰ ਦੁੱਧ, ਦਹੀਂ ਆਦਿਕ ਜੋ ਵਸਤੂਆਂ ਹਨ। ਹਿੰਦਨ ਤੇ ਪਹੁੰਚਾਵਹਿ ਤੇਰੀ। ਜੋ ਇਸ ਦੇ ਘਰ ਦੇ ਵਿੱਚ ਹਿੰਦੂ ਲੋਕ ਰਹਿੰਦੇ ਹਨ,
ਜਾਂ ਇਸ ਦੇ ਸੇਵਾਦਾਰ ਹਨ ਜੋ ਹਿੰਦੂ, ਉਹਨਾਂ ਦੇ ਪਾਸੋਂ ਇਹ ਸਾਰੀਆਂ ਵਸਤੂਆਂ ਜੋ ਸਤਿਗੁਰੂ ਜੀ ਦਾ ਡੇਰਾ ਹੈ ਉੱਥੇ ਪਹੁੰਚਾਉਂਦਾ ਹੈ। ਚਹੀਤ ਵਸਤ ਸਿਵਰ ਮਹਿ ਜੋਏ, ਜੋ ਵੀ ਸਤਿਗੁਰੂ ਜੀ ਦੇ ਡੇਰੇ ਵਿੱਚ ਵਸਤੂ ਚਾਹੀਦੀ ਹੈ, ਨਿਜ ਬੁੱਧ ਦੇ ਭੇਜੈ ਤਹਿ ਸੋਏ। ਉਹ ਫਿਰ ਆਪਣੀ ਬੁੱਧੀ ਦੇ ਅਨੁਸਾਰ ਵਿਚਾਰ ਕਰਕੇ ਕਿ ਕਿਹੜੀ ਵਸਤੂ ਦੀ ਲੋੜ ਹੈ, ਉਹੀ ਵਸਤੂਆਂ ਭੇਜਦਾ ਹੈ। ਫਲ ਰਸਾਲ ਕੇ ਸਵਾਦਨ ਚੇਤੇ, ਫਿਰ ਜਿਹੜੇ ਫਲ ਹਨ ਰਸਦਾਰ ਬਹੁਤੇ ਸਵਾਦਾਂ ਵਾਲੇ, ਬੀਨ ਬੀਨ ਕਰ ਕਠ ਰਹਿ ਚੇਤੇ। ਫਿਰ ਇਸ ਤਰ੍ਹਾਂ ਬਹੁਤੇ ਵਧੀਆ ਫਲ ਇਕੱਠੇ ਕਰ ਕਰਕੇ ਤੇ ਸਤਿਗੁਰੂ ਜੀ ਦੇ ਪਾਸ ਭੇਜਦਾ ਹੈ। ਦੂਰ ਦੂਰ ਤੇ ਕਰਹਿ ਮੰਗਾਵਨ, ਦੂਰੋਂ ਦੂਰੋਂ ਚੰਗੇ ਚੰਗੇ ਫਲ ਜਿਹੜੇ ਹਨ ਉਸਨਾਂ ਨੂੰ ਮੰਗਾਉਂਦਾ ਹੈ। ਦੇਖ ਦੇਖ ਕਰ ਜੇ ਮਨ ਭਾਵਨ, ਦੇਖ ਦੇਖ ਕੇ ਚੰਗੀ ਤਰ੍ਹਾਂ ਵੇਖ ਕਰਕੇ ਜੋ ਮਨ ਨੂੰ ਭਾਉਣ ਵਾਲੇ ਚੰਗੇ ਵਧੀਆ ਰਸਾਂ ਵਾਲੇ ਫਲ ਹਨ, ਜਾਮਨ ਫਲ ਆਰੂ ਅਰ ਖਿਰਨੀ, ਜਿਨ੍ਹਾਂ ਵਿੱਚ ਜਾਮਨੂ, ਆੜੂ ਅਤੇ ਹੋਰ ਇੱਕ ਖਿਰਨੀ ਫਲ ਹੁੰਦਾ ਹੈ, ਐਸੇ ਵਧੀਆ ਜਿਹੜੇ ਸੁੰਦਰ ਫਲ ਹਨ। ਜੇ ਲਗਵਾਏ ਰਖੇ ਨਿਜ ਧਰਨੀ, ਜੋ ਇਸ ਨੇ ਆਪਣੀ ਧਰਤੀ ਦੇ ਵਿੱਚ, ਜੋ ਇਸ ਕੋ ਜ਼ਮੀਨ ਹੈ ਉਸ ਦੇ ਵਿੱਚ ਲਗਵਾਏ ਹੋਏ ਹਨ। ਦਾਰਨ ਦੀਰਘ ਦਾਨੋ ਜੋਏ, ਦਾਰਮ ਜੋ ਅਨਾਰ ਹਨ, ਦੀਰਘ ਦਾਨੇ ਜਿਹੜੇ ਮੋਟੇ ਮੋਟੇ ਦਾਣਿਆਂ ਵਾਲੇ ਚੰਗੇ ਸੁੰਦਰ ਅਨਾਰ ਹਨ। ਕਰ ਕਰ ਪ੍ਰੇਮ ਪਠਾਵੈ ਸੋਏ, ਸਤਿਗੁਰੂ ਜੀ ਦੇ ਉਹ ਬਹੁਤਾ ਜ਼ਿਆਦਾ ਪ੍ਰੇਮ ਕਰ ਕਰਕੇ ਸ਼ਰਧਾ ਦੇ ਨਾਲ ਚੰਗੇ ਸੁੰਦਰ ਫਲ ਮਹਾਰਾਜ ਜੀ ਵਾਸਤੇ ਭੇਟਾ ਕਰਨ ਵਾਸਤੇ ਭੇਜਦਾ ਹੈ। ਇਤਿਆਦਿਕ ਸੇਵਾ ਕਹੁ ਠਾਨ, ਇਤਿਆਦਿਕ ਬਹੁਤੇ ਤਰੀਕਿਆਂ ਦੀ ਸੇਵਾ ਕਰਦਾ ਹੈ। ਜਨਮ ਸੁਧਾਰਿਓ ਆਪਨ ਮਹਾਨ, ਇਸ ਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਕੇ ਆਪਣਾ ਜਿਹੜਾ ਜਨਮ ਹੈ ਉਸ ਨੂੰ ਸੁਧਾਰ ਲਿਆ ਹੈ, ਭਾਵ ਕਿ ਸਫਲਾ ਕਰ ਲਿਆ ਹੈ, ਮਹਾਨ ਬਹੁਤਾ ਜ਼ਿਆਦਾ। ਦੇਹ ਤੁਰੰਗਨ ਕੋ ਤ੍ਰਿਣ ਦਾਨਾ, ਫਿਰ ਜੋ ਸਤਿਗੁਰੂ ਮਹਾਰਾਜ ਜੀ ਦੇ ਡੇਰੇ ਦੇ ਵਿੱਚ ਘੋੜੇ ਹਨ, ਉਹਨਾਂ ਘੋੜਿਆਂ ਦੇ ਵਾਸਤੇ ਤ੍ਰਿਣ ਦਾਣਾ ਘਾਹ ਭੇਜਦਾ ਹੈ। ਭਏ ਪੁਸ਼ਟ ਠਾਡੇ ਤੇ ਸਥਾਨਾ, ਫਿਰ ਉਹ ਘੋੜੇ ਡੇਰੇ ਦੇ ਵਿੱਚ ਖਲੋਤੇ ਹੋਏ ਘਾਹ ਆਦਿਕ ਚੰਗੀ ਖੁਰਾਕ ਦਾਣਾ ਆਦਿਕ ਖਾ ਖਾ ਕੇ ਤੇ ਚੰਗੇ ਰਿਸ਼ਟ ਪੁਸ਼ਟ ਹਨ। ਤਿੰਨ ਸਾਵਨ ਭਾਦੋ ਦੋਇ ਮਾਸ, ਇਸ ਤਰੀਕੇ ਦੇ ਨਾਲ ਸਾਵਣ ਤੇ ਭਾਦੋ ਦੋਨੋਂ ਹੀ ਮਹੀਨੇ ਕਰੇ ਬਿਤਾਵਨ ਸਤਿਗੁਰ ਬਾਸ। ਸਤਿਗੁਰੂ ਮਹਾਰਾਜ ਜੀ ਨੇ ਇਸ ਨਗਰ ਦੇ ਵਿੱਚ ਬਤੀਤ ਕੀਤੇ ਹਨ ਵਸ ਕਰਕੇ। ਮਾਸ ਅਜਾਉਸ ਆਏ ਪੁਨ ਗਇਓ, ਫਿਰ ਜਦੋਂ ਸਾਉਣ ਤੇ ਭਾਦੋ ਦਾ ਮਹੀਨਾ ਬਤੀਤ ਹੋਇਆ ਤੇ ਅਸੂ ਦਾ ਮਹੀਨਾ ਆਇਆ ਹੈ। ਅਵਿਰੰਗ ਇੱਕ ਦਿਨ ਬੈਠਤ ਭਇਓ, ਇੱਕ ਦਿਨ ਔਰੰਗਜ਼ੇਬ ਦਿੱਲੀ ਦਰਬਾਰ ਦੇ ਵਿੱਚ ਆਪਣੇ ਵਜ਼ੀਰਾਂ ਦੇ ਸਹਿਤ, ਕਾਜ਼ੀਆਂ ਮਲਾਨਿਆਂ ਦੇ ਸਹਿਤ ਬੈਠਾ ਹੋਇਆ ਹੈ ਦਰਬਾਰ ਲਗਾ ਕਰਕੇ। ਚੱਲਿਓ ਪ੍ਰਸੰਗ ਗੁਰੂ ਕੋ ਤਹਾਂ, ਫਿਰ ਔਰੰਗੇ ਦੇ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਸੰਗ ਚੱਲਿਆ ਹੈ, ਗੱਲ ਚੱਲੀ ਹੈ। ਆਬਲਾ ਨਹਿ ਆਏ ਰਹਿ ਕਹਾਂ, ਕੀ ਗੱਲ ਚੱਲੀ ਹੈ ਕਿ ਆਬਲੋ ਨਹਿ ਆਏ, ਅਜੇ ਤੱਕ ਸਤਿਗੁਰੂ ਮਹਾਰਾਜ ਜੀ ਚੱਲ ਕਰਕੇ ਦਿੱਲੀ ਨਹੀਂ ਆਏ ਹਨ, ਕਿੱਥੇ ਰਹਿ ਗਏ ਹਨ। ਪੁਨ ਅਣਦੀ ਦ੍ਵੈ ਕੀਨੇ ਤਿਆਰੀ, ਫਿਰ ਔਰੰਗਜ਼ੇਬ ਨੇ ਦੁਬਾਰਾ ਦੋ ਅਹਿਦੀਏ ਜਿਹੜੇ ਹਨ, ਜੋ ਦੂਤ ਹਨ, ਜੋ ਸੁਨਾਹ ਵਗੈਰਾ ਲੈ ਕਰਕੇ ਲੈ ਕੇ ਜਾਂਦੇ ਹਨ, ਦੋ ਅਹਿਦੀਏ ਤਿਆਰ ਫਿਰ ਦੁਬਾਰਾ ਕੀਤੇ ਹਨ। ਕਰਤਾ ਗੀਤ ਵਿਸਾਰ ਉਚਾਰੀ, ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ, ਬੜੀ ਸਖਤੀ ਦੇ ਨਾਲ ਉਹਨਾਂ ਨੂੰ ਕਹਿ ਕਰਕੇ, ਹੁਕਮ ਦੇ ਕਰਕੇ ਸਮਝਾਇਆ ਹੈ, ਉਹਨਾਂ ਨੂੰ ਕਿਹਾ ਹੈ। ਆਪਣੇ ਸੰਗ ਜਾਏ ਕਰ ਆਨੋ, ਕਹਿਣ
ਕਹਿਣ ਲੱਗਾ ਤੁਸੀਂ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਨਾਲ ਹੀ ਲੈ ਕਰਕੇ ਆਉਣਾ ਕਰੋ। ਅਪਰ ਫਰੇਬ ਕਰਹਿ ਨਹਿ ਮਾਨੋ। ਜੇ ਕਹਿਣ ਲੱਗੇ ਹੁਣ ਹੋਰ ਕੋਈ ਛਲ ਕਪਟ ਕਰਨ ਜਾਂ ਹੋਰ ਕੋਈ ਗੱਲਾਂ ਦਾ ਜਾਲ ਬਣਾਉਣਾ ਕਰਨ, ਤੁਹਾਨੂੰ ਭਰਮਾ ਲੈਣ, ਇਹੋ ਜਿਹਾ ਤੁਸੀਂ ਆਪਣੇ ਮਨ ਦੇ ਵਿੱਚ ਮੰਨਣੀ ਨਹੀਂ ਹੈ ਕੋਈ ਵੀ ਗੱਲ। ਤਿੰਨ ਬਿਨ ਅਟਕ ਰਹਿਓ ਬੜ ਕਾਜਾ। ਕਹਿਣ ਲੱਗੇ ਉਹਨਾਂ ਤੋਂ ਬਿਨਾ, ਭਾਵ ਜਿੰਨਾ ਚਿਰ ਸਤਿਗੁਰੂ ਜੀ ਦਿੱਲੀ ਦਰਬਾਰ ਵਿੱਚ ਪਹੁੰਚਦੇ ਨਹੀਂ ਹਨ, ਉਹਨਾਂ ਤੋਂ ਬਿਨਾ ਇਹ ਜਿਹੜਾ ਵੱਡਾ ਕਾਰਜ ਹੈ ਕਿ ਸਾਰੇ ਹਿੰਦੂਆਂ ਨੂੰ ਜੋ ਇਹ ਮੁਸਲਮਾਨ ਬਣਾਉਣਾ ਚਾਹੁੰਦੇ ਹਨ, ਕਹਿਣ ਲੱਗਾ ਇਹ ਵੱਡਾ ਕਾਰਜ ਰੁਕਿਆ ਹੋਇਆ ਹੈ। ਜਨ ਹਿੰਦਨ ਕੋ ਦਿਲ ਦਰਵਾਜਾ। ਕਹਿਣ ਲੱਗਾ ਜਾਣਨਾ ਕਰੋ ਕਿ ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹਨਾਂ ਹਿੰਦੂਆਂ ਦਾ ਦਰਵਾਜ਼ਾ ਰੂਪ ਹਨ, ਭਾਵ ਕਿ ਜੇ ਦਰਵਾਜ਼ਾ ਖੁੱਲ ਜਾਂਦਾ ਹੈ ਤਾਂ ਸਾਰਾ ਹੀ ਕੰਮ ਜਿਹੜਾ ਉਹ ਸਫਲਾ ਹੋ ਜਾਂਦਾ ਹੈ। ਜੇ ਸਤਿਗੁਰੂ ਮਹਾਰਾਜ ਜੀ ਇਹਨਾਂ ਦੀ ਗੱਲ ਮੰਨ ਕਰਕੇ ਤੇ ਤੁਰਕ ਧਰਮ ਨੂੰ ਅਪਣਾ ਲੈਂਦੇ ਹਨ, ਫਿਰ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ। ਇਸ ਤਰ੍ਹਾਂ ਕਹਿੰਦੇ ਇਹ ਹਿੰਦੂਆਂ ਦਾ ਦਰਵਾਜ਼ਾ ਤੁਸੀਂ ਸਤਿਗੁਰੂ ਜੀ ਨੂੰ ਮੰਨ ਲੈਣਾ ਕਰੋ। ਆਪਣੀ ਅਜ਼ਮਤ ਮੋਹਿ ਦਿਖਾਵੇ। ਤੇ ਆਪਣੀ ਅਜ਼ਮਤ ਜੋ ਸ਼ਕਤੀਆਂ ਹਨ ਉਹ ਆ ਕਰਕੇ ਸਾਨੂੰ ਦਿਖਾਉਣਾ ਕਰਨ। ਨਾਤਰ ਸ਼ਰਾ ਬੀਜ ਅਬ ਆਵੇ। ਨਹੀਂ ਤਾਂ ਫਿਰ ਜੋ ਮੁਸਲਮਾਨੀ ਧਰਮ ਦੀ ਸ਼ਰ੍ਹਾ ਹੈ, ਮਰਿਆਦਾ ਹੈ, ਉਸ ਵਿੱਚ ਆ ਜਾਣ। ਅਨਹੁ ਸਾਥ ਨਾ ਤਜ ਕਰ ਫਿਰੋ। ਕਹਿਣ ਲੱਗਾ ਅਨਹੁ ਸਾਥ ਹੁਣ ਆਪਣੇ ਨਾਲ ਲੈ ਕਰਕੇ ਆਉਣਾ ਕਰੋ, ਨਾ ਤਜ ਕਰ ਫਿਰੋ, ਭਾਵ ਕਿ ਸਤਿਗੁਰੂ ਮਹਾਰਾਜ ਜੀ ਨੂੰ ਹੁਣ ਤੁਸੀਂ ਛੱਡ ਕਰਕੇ ਫਿਰ ਵਾਪਸ ਉਹਦਾ ਨਾ ਮੁੜਨਾ ਕਰੋ। ਖਬਰ ਪਠੋ ਤਿਨ ਕੇ ਦਰ ਪਰ ਹੋ। ਖਬਰ ਭੇਜ ਕਰਕੇ ਫਿਰ ਕਹਿੰਦਾ ਤਿੰਨ ਕੇ ਦਰ ਪਰ ਹੋ, ਭਾਵ ਕਿ ਜਦੋਂ ਤੁਸੀਂ ਸਤਿਗੁਰੂ ਜੀ ਦੇ ਪਾਸ ਪਹੁੰਚ ਜਾਵੋਗੇ ਤੇ ਤੁਸੀਂ ਉੱਥੇ ਹੀ ਰਹਿਣਾ ਕਰੋ, ਜਾ ਕਰਕੇ ਮੈਨੂੰ ਫਿਰ ਵਾਪਸ ਖਬਰ ਭੇਜਣੀ ਕਰੋ। ਸੁਨਤਾ ਗੀਤ ਸ਼ਾਹੋ ਤੇ ਜੋਰ। ਜਦੋਂ ਇਸ ਤਰ੍ਹਾਂ ਜ਼ੋਰ ਦੇ ਕੇ ਜੋ ਤਾਕੀਦ ਕੀਤੀ ਹੈ, ਹੁਕਮ ਕੀਤੀ ਹੈ, ਉਸ ਨੂੰ ਸੁਣ ਕਰਕੇ ਔਰੰਗਜ਼ੇਬ ਤੋਂ ਅਹਦੀ ਚੱਲੇ ਆਨੰਦਪੁਰ ਔਰ। ਇਹ ਅਹਦੀ ਇਹ ਦੋਨੇ ਹੀ ਆਨੰਦਪੁਰ ਵੱਲ ਨੂੰ ਚੱਲ ਪਏ ਹਨ। ਚੜ ਖਾਟਨ ਕਰ ਕਾਢ ਬਿਗਾਰੀ। ਜਿਹੜੇ ਬਿਗਾਰੀ ਹਨ ਇਹਨਾਂ ਦੀ ਮੰਜੀ ਚੁੱਕਣ ਵਾਲੇ, ਉਹਨਾਂ ਨੂੰ ਲਿਆ ਕਰਕੇ ਤੇ ਮੰਜੀ ਦੇ ਉੱਪਰ ਚੜ ਕਰਕੇ ਸੀਸ ਉਠਾਏ ਜਾਹੇ ਅਗਾਰੀ। ਉਹ ਬਿਗਾਰੀ ਜਿਹੜੇ ਹਨ ਮੰਜੀ ਚੁੱਕਣ ਵਾਲੇ, ਆਪਣੇ ਸਿਰ ਦੇ ਉੱਪਰ ਇਹਨਾਂ ਦੀ ਮੰਜੀ ਨੂੰ ਚੁੱਕ ਕਰਕੇ ਅੱਗੇ ਜਾ ਰਹੇ ਹਨ। ਗ੍ਰਾਮ ਗ੍ਰਾਮ ਮਹਿ ਹੁਕਮ ਕਰਨ ਤੇ। ਨਗਰ ਨਗਰ ਗ੍ਰਾਮ ਗ੍ਰਾਮ ਦੇ ਵਿੱਚ ਜਾਂਦੇ ਹੋਏ ਆਪਣੇ ਹੁਕਮ ਨੂੰ ਕਰਦੇ ਹਨ। ਖਾਨ ਪਾਨ ਤਿੰਨ ਲੇਗਮ ਨੰਗੇ। ਜੋ ਖਾਨ ਪਾਨ ਭਾਵ ਕੇ ਇਹ ਭੋਜਨ ਵਗੈਰਾ ਛਕਦੇ ਹਨ, ਐਸੇ ਰਾਸਤੇ ਦੇ ਵਿੱਚ ਜਿੰਨੇ ਨਗਰ ਆਉਂਦੇ ਹਨ ਉਹਨਾਂ ਤੋਂ ਲੈ ਕਰਕੇ ਛਕ ਕਰਕੇ ਫਿਰ ਅੱਗੇ ਚੱਲ ਪੈਂਦੇ ਹਨ। ਮਦ ਉਲੰਘ ਕਰ ਸਗਰੇ ਗਏ। ਸਾਰਾ ਹੀ ਜੋ ਦਿੱਲੀ ਤੋਂ ਆਨੰਦਪੁਰ ਸਾਹਿਬ ਦਾ ਰਸਤਾ ਹੈ ਲੰਘ ਕਰਕੇ ਗਏ ਹਨ। ਜਾਏ ਪ੍ਰਵੇਸ਼ ਆਨੰਦਪੁਰ ਭਏ। ਜਾ ਕਰਕੇ ਆਨੰਦਪੁਰ ਸਾਹਿਬ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਹੈ, ਆਨੰਦਪੁਰ ਸਾਹਿਬ ਵਿੱਚ ਪਹੁੰਚੇ ਹਨ। ਦੂਜੀ ਸੁਧ ਗੁਰ ਤਹਾਂ ਨਾ ਪਾਏ। ਇਹਨਾਂ ਨੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਪੁੱਛਿਆ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿੱਥੇ ਹਨ। ਕਿਤੇ ਵੀ ਇਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਪਾਉਣਾ ਨਹੀਂ ਕੀਤਾ। ਗੁਰੂ ਸਤਿਗੁਰੂ ਜੀ ਇਹਨਾਂ ਨੂੰ ਕਿਤੇ ਵੀ ਮਿਲੇ ਨਹੀਂ ਹਨ। ਕਹਾਂ ਹੈ ਕੋ ਨਹੀਂ ਬਤਾਏ। ਸਤਿਗੁਰੂ ਜੀ ਇਸ ਸਮੇਂ ਕਿੱਥੇ ਹਨ, ਇਹਨਾਂ ਨੂੰ ਆਨੰਦਪੁਰ ਵਿੱਚ ਲੈਣ ਵਾਲੇ ਲੋਕ ਕੋਈ ਵੀ ਦੱਸਦਾ ਨਹੀਂ ਹੈ। ਭਏ ਸਚਿੰਤ ਕਹਾ ਅਬ ਕਰੈ। ਫਿਰ ਜਦੋਂ ਕਿਸੇ ਨੇ ਵੀ ਦੱਸਿਆ ਨਹੀਂ ਹੈ ਕਿ ਮਹਾਰਾਜ ਜੀ ਇਸ ਵੇਲੇ ਕਿੱਥੇ ਹਨ, ਬੜੀ ਚਿੰਤਾ ਦੇ ਸਹਿਤ ਹੋਏ ਹਨ। ਫਿਰ ਇਹ ਵਿਚਾਰ ਕਰਦੇ ਹਨ ਕਿ ਹੁਣ ਕੀ ਕੀਤਾ ਜਾਵੇ। ਗੁਰ ਕੀ ਸੁਧ ਨਹਿ ਸਰਵਣੀ ਪਰੈ। ਗੁਰ ਕੀ ਸੁਧ ਨਹਿ ਸਰਨੀ ਪਰੇ, ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਦੀ ਜੋ ਸੁਧ ਖਬਰ ਹੈ
ਕਿਤਿਓਂ ਵੀ ਸਾਡੇ ਕੰਨਾਂ ਵਿੱਚ ਨਹੀਂ ਪੈਂਦੀ, ਕਿਤਿਓਂ ਵੀ ਮਿਲਦੀ ਨਹੀਂ ਹੈ। ਏਤਕ ਦਿਨ ਰਹਿ ਬਹੁਰ ਧਿਆਨੇ, ਕੁਝ ਕੁ ਦਿਨ ਅਨੰਦਪੁਰ ਸਾਹਿਬ ਵਿੱਚ ਰਹੇ ਹਨ, ਫਿਰ ਇਹ ਅਨੰਦਪੁਰ ਸਾਹਿਬ ਤੋਂ ਚੱਲ ਪਏ ਹਨ। ਹੋਏ ਸੁਦਾਸਰ ਆਸਮਨ ਜਾਣੇ, ਇਸ ਤਰ੍ਹਾਂ ਮਨ ਦੇ ਵਿੱਚ ਜਾਣਦੇ ਹਨ ਕਿ ਜੇ ਸਤਿਗੁਰੂ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਨਹੀਂ ਹਨ ਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਨਗਰ ਹੈ ਉੱਥੇ ਹੋਣਗੇ। ਸਤਿਗੁਰੂ ਪਾਰ ਉਲੰਘ ਤਬ ਚਾਲੇ, ਤਦੋਂ ਫਿਰ ਇਸ ਤਰ੍ਹਾਂ ਵਿਚਾਰ ਕਰਕੇ ਸਤਲੁਜ ਜੋ ਦਰਿਆ ਹੈ ਉਸ ਨੂੰ ਲੰਘ ਕਰਕੇ ਚੱਲ ਪਏ ਹਨ। ਦੁਆਬੇ ਦੇਸ਼ ਦੇਖ ਕਰ ਭਾਲੇ, ਸਾਰਾ ਜੋ ਦੁਆਬਾ ਦੇਸ਼ ਹੈ ਉਸ ਦੇਸ਼ ਨੂੰ ਵੇਖ ਕਰਕੇ ਚੰਗੀ ਤਰ੍ਹਾਂ ਮਹਾਰਾਜ ਜੀ ਦੀ ਭਾਲ ਕਰਦੇ ਹਨ। ਬਹੁਰ ਵਿਪਾਸਾ ਉਤਰੇ ਪਾਰ, ਫਿਰ ਸਾਰਾ ਦੁਆਬਾ ਦੇਸ਼ ਵੇਖ ਕਰਕੇ ਲੱਭ ਕਰਕੇ ਸਤਿਗੁਰੂ ਜੀ ਨੂੰ ਤੇ ਜੋ ਬਿਆਸ ਨਦੀ ਹੈ, ਬਿਆਸ ਜੋ ਦਰਿਆ ਹੈ ਉਸ ਤੋਂ ਪਾਰ ਆਏ ਹਨ। ਖੂਜਹਿ ਜਹ ਕਹਿ ਨਰਨ ਉਚਾਰ, ਫਿਰ ਸਤਿਗੁਰੂ ਜੀ ਨੂੰ ਲੱਭਦੇ ਹਨ ਜਿੱਥੇ ਕਿਤੇ ਵੀ ਲੋਕਾਂ ਨੂੰ ਕਹਿ ਕਰਕੇ ਪੁੱਛ ਕਰਕੇ ਕਿ ਸਤਿਗੁਰੂ ਜੀ ਕਿੱਥੇ ਹਨ। ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ, ਏਦਾਂ ਸਾਰੇ ਹੀ ਲੱਭਦਿਆਂ ਹੋਇਆਂ ਪੁੱਛਦਿਆਂ ਹੋਇਆਂ ਸ਼੍ਰੋਮਣੀ ਜੋ ਅੰਮ੍ਰਿਤਸਰ ਨਗਰ ਹੈ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹਨ। ਇਕੱਠੇ ਕਰ ਮਸੰਦ ਸਮੁਦਾਏ, ਜੋ ਇੱਥੇ ਮਸੰਦ ਰਹਿੰਦੇ ਸਨ ਉਹਨਾਂ ਸਾਰੇ ਹੀ ਮਸੰਦਾਂ ਨੂੰ ਇਹਨਾਂ ਨੇ ਇਕੱਠਿਆਂ ਕੀਤਾ ਹੈ। ਗੁਰਜਨ ਕਰੀ ਗੁਰੂ ਕੀ ਦਾਤ, ਜਾ ਕਰਕੇ ਸਾਰੇ ਮਸੰਦਾਂ ਨੂੰ ਇਕੱਠਿਆਂ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਇਹਨਾਂ ਨੇ ਪੁੱਛਿਆ ਹੈ। ਆਪ ਕਿਸ ਥਲ ਮਹਿ ਤੁਮਰੋ ਨਾਥ, ਕਹਿਣ ਲੱਗੇ ਤੁਹਾਡੇ ਨਾਥ ਮਾਲਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਸਮੇਂ ਕਿੱਥੇ ਹਨ। ਜੋ ਤੁਮ ਕਰੋ ਦੁਰਾਵਨ ਤਿਨੈ, ਜੇਕਰ ਤੁਸੀਂ ਸਤਿਗੁਰੂ ਜੀ ਨੂੰ ਹੁਣ ਛਪਾਉਣਾ ਕਰੋਗੇ ਸ਼ਾਹੋ ਸਜਾਏ ਦੇਹੋਗੇ ਤਨੈ, ਤੇ ਸ਼ਾਹੋ ਜੋ ਔਰੰਗਜ਼ੇਬ ਬਾਦਸ਼ਾਹ ਹੈ ਉਹ ਤੁਹਾਨੂੰ ਬਹੁਤੀ ਜ਼ਿਆਦੇ ਜੋ ਸਜ਼ਾਵਾਂ ਦੇਣੀਆਂ ਕਰੇਗਾ। ਸਦਨ ਖਸੋਟਹਿ ਵਹਿਰ ਨਿਕਾਰ ਹੈ, ਤੇ ਜਿਹੜੇ ਘਰਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਇਹ ਘਰ ਵੀ ਔਰੰਗਜ਼ੇਬ ਤੁਹਾਡੇ ਕੋਲ ਖੋਹ ਲੈਣਾ ਕਰੇਗਾ, ਤੁਹਾਨੂੰ ਘਰਾਂ ਤੋਂ ਬਾਹਰ ਕੱਢ ਦੇਵੇਗਾ। ਬੰਦ ਕੈਦ ਕਰ ਤੁਮ ਕਹ ਮਾਰ ਹੈ, ਫਿਰ ਤੁਹਾਨੂੰ ਕੈਦ ਦੇ ਵਿੱਚ ਬੰਦ ਕਰਕੇ ਕੈਦ ਵਿੱਚ ਪਾ ਕਰਕੇ ਮਾਰ ਦੇਣਾ ਕਰੇਗਾ। ਸੁਨ ਮਸੰਦ ਪਾਇਓ ਵੱਡ ਤਰਾਸਾ, ਜਦੋਂ ਇਹੋ ਜਿਹੇ ਗੱਲਾਂ ਇਹਨਾਂ ਤੋਂ ਸੁਣੀਆਂ ਹਨ ਮਸੰਦਾਂ ਨੇ ਤੇ ਮਸੰਦ ਬਹੁਤੇ ਜ਼ਿਆਦੇ ਡਰਦੇ ਸਹਿਤ ਹੋ ਕਰਕੇ ਕਹੇ ਦੇਖ ਲਿਹੁ ਸਕਲ ਅਵਾਸਾ, ਮਸੰਦਾਂ ਨੇ ਕਿਹਾ ਹੈ ਇਹਨਾਂ ਦੋਵਾਂ ਹੀ ਐਦੀਆਂ ਨੂੰ ਕਿ ਦੇਖ ਲਿਹੋ ਸਕਲ ਅਵਾਸਾ, ਤੁਸੀਂ ਸਾਡੇ ਸਾਰੇ ਹੀ ਘਰ ਜਿਹੜੇ ਹਨ ਵੇਖ ਲੈਣਾ ਕਰੋ। ਕਹੈ ਕੂਰ ਨਹਿ ਦੋਸ਼ ਲਗਾਵੋ, ਅਸੀਂ ਕੁਝ ਵੀ ਝੂਠ ਨਹੀਂ ਕਹਿ ਰਹੇ ਹਾਂ, ਸਾਨੂੰ ਸਤਿਗੁਰੂ ਜੀ ਦੇ ਬਾਰੇ ਕੋਈ ਵੀ ਪਤਾ ਨਹੀਂ ਹੈ। ਦੋਸ਼ ਲਗਾਵੋ, ਤੁਸੀਂ ਸਾਡੇ ਤੇ ਝੂਠਾ ਹੀ ਦੋਸ਼ ਲਗਾ ਰਹੇ ਹੋ। ਹਮ ਗਰੀਬ ਸਗਰੇ ਲਖ ਪਾਵਹੁ, ਅਸੀਂ ਤਾਂ ਸਾਰੇ ਹੀ ਗਰੀਬ ਲੋਕ ਹਾਂ, ਇਸ ਤਰ੍ਹਾਂ ਜਾਣ ਲੈਣਾ ਕਰੋ। ਇਮ ਨਿਰਣੈ ਕਰਕੇ ਇਹ ਦੀਨ, ਇਸ ਤਰ੍ਹਾਂ ਨਿਰਣੈ ਕਰਕੇ ਜਿਹੜੇ ਅਹਿਦੀਨ ਦੋਵੇਂ ਅਹਿਦੀ ਆਏ ਸਨ, ਦੂਤ ਆਏ ਸਨ। ਸ਼ਾਹੋ ਨਿਕਟ ਸੁਧ ਲਿਖ ਪਟ ਦੀਨ, ਜਦੋਂ ਇਹਨਾਂ ਨੂੰ ਸਤਿਗੁਰੂ ਜੀ ਦੇ ਬਾਰੇ ਕਿਤੇੋਂ ਵੀ ਖਬਰ ਨਹੀਂ ਮਿਲੀ ਹੈ ਫਿਰ ਇਹਨਾਂ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖ ਕਰਕੇ ਸੁਨੇਹਾ ਭੇਜਿਆ ਹੈ। ਕਿਤਹੁ ਨ ਪਾਵਤ ਖੋਜਤ ਹਾਰੇ, ਉਸ ਚਿੱਠੀ ਵਿੱਚ ਲਿਖਿਆ ਹੈ ਕਿ ਇਹ ਔਰੰਗਜ਼ੇਬ ਬਾਦਸ਼ਾਹ ਅਸੀਂ ਕਿਤੇੋਂ ਵੀ ਸਤਿਗੁਰੂ ਜੀ ਨੂੰ ਪਾਉਣਾ ਨਹੀਂ ਕੀਤਾ ਹੈ, ਅਸੀਂ ਲੱਭਦੇ ਹੋਏ ਹਾਰ ਗਏ ਹਾਂ। ਦੇਸ਼ ਵਿਦੇਸ਼ਨ ਵਿਖੈ ਨਿਹਾਰੇ, ਜਿੰਨੇ ਵੀ ਦੇਸ਼ ਵਿਦੇਸ਼ ਹਨ ਅਸੀਂ ਬਹੁਤ ਜ਼ਿਆਦਾ ਲੱਭਿਆ ਹੈ। ਸੁਨਨ ਰੰਗ ਨੇ ਕਿਤਕ ਸੂਰ, ਜਦੋਂ ਇਹਨਾਂ ਦੀ ਭੇਜੀ ਹੋਈ ਚਿੱਠੀ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਦਿੱਲੀ ਦਰਬਾਰ ਵਿੱਚ ਪਹੁੰਚੀ ਹੈ ਫਿਰ ਉਸਨੇ ਕੁਝ ਜਿਹੜੇ ਘੋੜ ਅਸਵਾਰ ਹਨ
ਖਿਤ ਖੋਜਨ ਪਠ ਨਿਟਟ ਕੇ ਦੂਰ। ਸਤਿਗੁਰੂ ਮਹਾਰਾਜ ਜੀ ਨੂੰ ਖੋਜਣ ਵਾਸਤੇ, ਲੱਭਣ ਵਾਸਤੇ ਨੇੜੇ ਨੇੜੇ ਦੀਆਂ ਜਗ੍ਹਾ ਅਤੇ ਜੋ ਦੂਰ ਦੂਰ ਏਰੀਏ ਦੇ ਵਿੱਚ ਘੋੜ ਸਵਾਰ ਭੇਜ ਦਿੱਤੇ ਹਨ। ਜਹਾਂ ਕਹਾਂ ਕਹੋ ਵਿਚਰਨ ਲਾਗੇ। ਫਿਰ ਉਹ ਘੋੜ ਸਵਾਰ ਬਹੁਤ ਦੂਰ ਦੂਰ ਤੱਕ ਮਹਾਰਾਜ ਜੀ ਨੂੰ ਲੱਭਣ ਵਾਸਤੇ ਵਿਚਰਨ ਲੱਗੇ ਹਨ। ਦੂਜੇ ਜਿਤ ਕਿਤ ਪਾਛੇ ਆਗੇ। ਜਿੱਤੋਂ ਕਿਤੋਂ ਵੀ ਜਾ ਕਰਕੇ ਲੋਕਾਂ ਨੂੰ ਪੁੱਛਦੇ ਹਨ। ਤੇਜਤ ਰਹਿਦੀ ਅਲ ਸਵਾਰ। ਕੋਚਕ ਜਿਹੜੇ ਅਹਿਦੀਏ ਸਨ ਅਤੇ ਘੋੜ ਸਵਾਰ ਸਨ। ਵਿਚਰਤ ਦੇਸ ਵਿਦੇਸ ਬਜ਼ਾਰ। ਸਾਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਹਨ, ਲੱਭਦੇ ਹਨ। ਇਕ ਸਤਿਗੁਰ ਸਭ ਅੰਤਰਜਾਮੀ। ਇੱਧਰ ਅਨੰਦਪੁਰ ਸਤਿਗੁਰੂ ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਜਲ ਥਲ ਘਟ ਘਟ ਜਾਣਤ ਸੁਆਮੀ। ਜੋ ਜਿਨ੍ਹਾਂ ਸਥਾਨਾਂ ਤੇ ਜਲ ਹੈ ਜਾਂ ਥਲ ਹੈ ਜਾਂ ਘਟ ਘਟ ਕੇ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਹਰੇਕ ਜਗ੍ਹਾ ਦੀ ਅਤੇ ਸਾਰਿਆਂ ਦੇ ਮਨ ਦੀ ਜਾਣਨ ਵਾਲੇ। ਸੈਫ ਦੀਨ ਕੋ ਕੀਨ ਨਿਹਾਲ। ਇਹਨਾਂ ਨੇ ਸੈਫਦੀਨ ਦੇ ਕੋਲ ਉਸਦੇ ਨਗਰ ਵਿੱਚ ਵਸ ਕਰਕੇ ਉਸ ਨੂੰ ਨਿਹਾਲ ਕੀਤਾ ਹੈ। ਬੈਠੇ ਹੁੰਦੇ ਕਹਿਓ ਇੱਕ ਕਾਲ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਬੈਠੇ ਹੋਏ ਹਨ ਤੇ ਇਹਨਾਂ ਸਤਿਗੁਰੂ ਮਹਾਰਾਜ ਜੀ ਨੇ ਸੈਫਦੀਨ ਤਾਈਂ ਬਚਨ ਕਹੇ ਹਨ। ਅਬ ਹਮ ਚਲਿਓ ਚਹ ਕਿਤ ਆਨ। ਕਹਿਣ ਲੱਗੇ ਹੁਣ ਅਸੀਂ ਇੱਥੋਂ ਜਾ ਰਹੇ ਹਾਂ, ਕਿਸੇ ਹੋਰ ਅਸਥਾਨ ਤੇ ਜਾਣਾ ਚਾਹੁੰਦੇ ਹਾਂ। ਬਸੇ ਚਮਾਸਾ ਤੋ ਬਚ ਮਾਨ। ਤੇਰੇ ਬਚਨ ਮੰਨ ਕਰਕੇ, ਤੇਰੀ ਬੇਨਤੀ ਨੂੰ ਮੰਨ ਕਰਕੇ ਜੋ ਬਰਸਾਤਾਂ ਦੇ ਦਿਨ ਸਨ ਇਹ ਸਾਰੇ ਹੀ ਤੇਰੇ ਨਗਰ ਦੇ ਵਿੱਚ ਵਸ ਕਰਕੇ ਅਸੀਂ ਗੁਜ਼ਾਰੇ ਹਨ। ਸਤਨਾਮ ਸਿਮਰਨ ਕਰ ਸਦਾ। ਫਿਰ ਇਸ ਸੈਫਦੀਨ ਤੁਰਕ ਨੂੰ ਸਤਿਗੁਰੂ ਮਹਾਰਾਜ ਜੀ ਉਪਦੇਸ਼ ਦਿੰਦੇ ਹਨ। ਕਹਿਣ ਲੱਗੇ ਸਤਨਾਮ ਸਿਮਰਨ ਕਰ ਸਦਾ। ਸਦਾ ਹੀ ਉਸ ਅਕਾਲ ਪੁਰਖ ਸੱਚੇ ਸਤਿਗੁਰੂ ਦਾ ਜੋ ਸਤਨਾਮ ਵਾਹਿਗੁਰੂ ਸਿਮਰਨ ਤੂੰ ਕਰਿਆ ਕਰ। ਸੰਕਟ ਵਿਆਪ ਸਕਹਿ ਨਹਿ ਕਦਾ। ਤੇ ਜੇ ਤੂੰ ਸਿਮਰਨ ਕਰੇਗਾ ਫਿਰ ਸੰਕਟ ਵਿਆਪ ਸਕਹਿ ਨਹਿ ਕਦਾ। ਕਦੇ ਵੀ ਤੇਰੇ ਤੇ ਕੋਈ ਸੰਕਟ ਨਹੀਂ ਪੈਣਾ ਕਰੇਗਾ। ਸਤ ਸੰਗਤ ਕੇ ਸੰਗ ਸੋ ਪ੍ਰੀਤ। ਤੇ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਘਰ ਦੀ ਸੰਗਤ ਹੈ, ਸਤ ਸੰਗਤ ਦੇ ਨਾਲ ਤੂੰ ਬਹੁਤੀ ਜ਼ਿਆਦੀ ਪ੍ਰੀਤ ਕਰਨੀ ਕਰ, ਪ੍ਰੇਮ ਕਰਿਆ ਕਰ। ਸੇਵਾ ਕਰਹੁ ਲਹੋ ਸੁਖ ਨੀਤ। ਤੇ ਸਤ ਸੰਗਤ ਦੀ ਸੇਵਾ ਕਰਨੀ ਕਰ ਤੇ ਸਦਾ ਵਾਸਤੇ ਸੁਖ ਲੈਣਾ ਕਰ। ਜਨਮ ਮਰਨ ਤੇਰੋ ਅਬ ਮਿਟਿਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਚਨ ਕਰਦੇ ਹਨ ਸੈਫਦੀਨ ਨੂੰ ਕਿ ਤੇਰਾ ਹੁਣ ਜਨਮ ਤੇ ਮਰਨ ਇਹ ਦੋਨੋਂ ਹੀ ਮਿਟ ਗਏ ਹਨ। ਗੁਰੂ ਕਿਰਪਾ ਤੇ ਸੰਕਟ ਕਟਿਓ। ਇਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤੇਰਾ ਜਨਮ ਮਰਨ ਦਾ ਜੋ ਵੱਡਾ ਸੰਕਟ ਹੈ ਇਹ ਕੱਟ ਗਿਆ ਹੈ। ਸੈਫਦੀਨ ਸੁਨ ਪ੍ਰੇਮ ਵਿਸਾਲਾ। ਜਦੋਂ ਸੈਫਦੀਨ ਨੇ ਬਹੁਤੇ ਪ੍ਰੇਮ ਵਾਲੇ ਬਚਨ ਸਤਿਗੁਰੂ ਜੀ ਤੋਂ ਸੁਣੇ ਹਨ ਭਏ ਸਜਲ ਲੋਚਨ ਤਿਸ ਕਾਲਾ। ਉਸ ਸਮੇਂ ਇਸ ਤੁਰਕ ਸੈਫਦੀਨ ਦੇ ਨੇਤਰ ਜਿਹੜੇ ਹਨ ਸਹਿਤ ਜਲਦੇ ਹੋਏ ਹਨ, ਭਾਵ ਕਿ ਅੱਖਾਂ ਦੇ ਵਿੱਚ ਵਿਰਾਗ ਦਾ ਜਲ ਆ ਗਿਆ ਹੈ। ਮੋਚਿਤ ਮੋਚਿਤ ਸਾਥ ਨ ਚਹੈ। ਕਹਿੰਦਾ ਮੋਹ ਚਿੱਤ ਮੇਰਾ ਚਿੱਤ ਆਪ ਜੀ ਦਾ ਸਾਥ ਛੱਡਣ ਨੂੰ ਨਹੀਂ ਕਰਦਾ ਹੈ। ਗਮਨਹੁ ਗੁਰੂ ਬਾਗ ਕੋ ਕਹੈ। ਕਿ ਆਪ ਜੀ ਸਤਿਗੁਰੂ ਜੀ ਇੱਥੋਂ ਚਲੇ ਜਾਣਾ ਕਰੋ, ਐਸੇ ਬਚਨ ਕੌਣ ਕਰ ਸਕਦਾ ਹੈ। ਕਹਾਂ ਨਗੌਰੀ ਮੋਹ ਪਰ ਡਾਰੀ। ਹੇ ਸਤਿਗੁਰੂ ਮਹਾਰਾਜ ਜੀ, ਆਪ ਜੀ ਨੇ ਮੇਰੇ ਉੱਤੇ ਕੀ ਠਗੌਰੀ ਪਾਈ ਹੋਈ ਹੈ। ਠਗੌਰੀ ਕਹਿੰਦੇ ਹਨ ਠੱਗ ਬੂਟੀ ਨੂੰ, ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਹਨ। ਇਹ ਠੱਗ ਬੂਟੀ ਪਾ ਕਰਕੇ ਜਦੋਂ ਬੇਹੋਸ਼ ਆਦਮੀ ਹੋ ਜਾਂਦਾ ਉਦੋਂ ਉਸ ਨੂੰ ਲੁੱਟ ਲੈਂਦੇ ਹਨ।
ਐਸੀ ਕਹਿੰਦੇ ਮੋਹ ਭਰੀ ਤੁਸੀਂ ਠਗੌਰੀ ਮੇਰੇ ਤੇ ਕੀ ਪਾਉਣਾ ਕੀਤੀ ਹੈ ਕਿ ਮੇਰੇ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਮਨ ਬਸ ਰਾਵਰ ਰਖੋ ਸਦਾਰੀ। ਹੇ ਸਤਿਗੁਰੂ ਮਹਾਰਾਜ ਜੀ, ਤੁਸੀਂ ਸਦਾ ਹੀ ਮੇਰੇ ਮਨ ਨੂੰ ਆਪਣੇ ਵਸ ਵਿੱਚ ਰੱਖਣਾ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸੁਣ ਕੈ। ਜਦੋਂ ਐਸੀਆਂ ਬੇਨਤੀਆਂ ਸਤਿਗੁਰੂ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣੀਆਂ ਹਨ, ਧੀਰਜ ਦੀਨ ਪ੍ਰੇਮ ਤਿਸ ਗੁਣ ਕੈ। ਫਿਰ ਇਸ ਦੇ ਪ੍ਰੇਮ ਨੂੰ ਵੇਖ ਕਰਕੇ, ਸ਼ਰਧਾ ਭਾਵਨਾ ਨੂੰ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬੜੀ ਧੀਰਜ ਦਿੱਤੀ ਹੈ, ਹੌਸਲਾ ਦਿੱਤਾ ਹੈ। ਹਮਨੇ ਆਪ ਕੁਛ ਕਰਨੇ ਕਾਜਾ। ਕਹਿਣ ਲੱਗੇ ਹੇ ਸੈਫਦੀਨ, ਅਸੀਂ ਹੁਣ ਕੋਈ ਹੋਰ ਕਾਰਜ ਕਰਨੇ ਹਨ, ਨਹੀਂ ਸਾਥ ਕੋ ਨਿਭੈ ਸਮਾਜਾ। ਤੇ ਹੁਣ ਸਦਾ ਵਾਸਤੇ ਹੀ ਤੇਰਾ ਸਾਡੇ ਨਾਲ ਜੋ ਸਾਥ ਹੈ ਇਹ ਨਿਭਣਾ ਨਹੀਂ ਕਰੇਗਾ। ਨਿਤ ਪ੍ਰਤ ਉੱਠ ਕਰ ਠਾਨਹੁ ਧਿਆਨ। ਤੂੰ ਹਰ ਰੋਜ਼ ਉੱਠ ਕਰਕੇ ਹੁਣ ਧਿਆਨ ਧਾਰਨਾ ਕਰ ਇਸ ਤਰੀਕੇ ਨਾਲ। ਜਿਮ ਸਮੀਪ ਤੈਸੇ ਪਹਿਚਾਨ। ਜਿਸ ਤਰੀਕੇ ਨਾਲ ਹੁਣ ਅਸੀਂ ਤੇਰੇ ਕੋਲ ਹਨ, ਇਸੇ ਤਰ੍ਹਾਂ ਹੀ ਤੂੰ ਪਹਿਚਾਨਣਾ ਕਰ। ਤੂੰ ਸਦਾ ਹੀ ਸਾਡਾ ਧਿਆਨ ਧਰਨਾ ਕਰ ਤੇ ਇਸੇ ਤਰ੍ਹਾਂ ਹੀ ਯਾਦ ਕਰਕੇ ਹਮੇਸ਼ਾ ਹੀ ਅਸੀਂ ਤੇਰੇ ਅੰਗ ਸੰਗ ਹਾਂ। ਇਤਿਆਦਿਕ ਕਹਿ ਬਹੁ ਸਮਝਾਇਓ। ਇਤਿਆਦਿਕ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਕੇ ਸੈਫਦੀਨ ਨੂੰ ਬਹੁਤ ਜ਼ਿਆਦਾ ਸਮਝਾਇਆ ਹੈ। ਨੀਠ ਨੀਠ ਔਰ ਧੀਰ ਵਧਾਇਓ। ਸਹਿਜੇ ਸਹਿਜੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸੈਫਦੀਨ ਦੇ ਹਿਰਦੇ ਵਿੱਚ ਧੀਰਜ ਬਹੁਤ ਵਧਾਈ ਹੈ। ਅਪਰਦਾਸ ਅਰ ਸਿੱਖ ਦੇ ਸਾਥ। ਹੋਰ ਜੋਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੇਵਕ ਸਨ, ਸਿੱਖ ਸਨ। ਸਭ ਸੋ ਬੋਲੇ ਇਸ ਬਿਦਨਾਥ। ਸਾਰਿਆਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਤਰੀਕੇ ਨਾਲ ਬਚਨ ਕਹੇ ਹਨ। ਨਿਜ ਨਿਜ ਸਦਨ ਸਿਧਾਰਨ ਕਰੀਐ। ਕਹਿਣ ਲੱਗੇ ਸਤਿਗੁਰੂ ਜੀ ਸਾਰੀ ਹੀ ਸੰਗਤ ਨੂੰ ਕਿ ਤੁਸੀਂ ਹੁਣ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ ਕਰੋ। ਸੰਗ ਹਮਾਰੋ ਅਬ ਪਰ ਹਰੀਐ। ਜੋ ਸਾਡਾ ਸੰਗ ਹੈ, ਸਾਡੇ ਨਾਲ ਰਹਿਣਾ, ਇਹ ਤੁਸੀਂ ਹੁਣ ਛੱਡ ਦੇਣਾ ਕਰੋ। ਕੌਣ ਇਕਾਕੀ ਬਨ ਹੈ ਹਮਾਰੋ। ਹੁਣ ਸਾਡਾ ਕੱਲਿਆਂ ਦਾ ਹੀ ਬਣ ਆਉਂਦਾ ਹੈ। ਅਬ ਹੈ ਸੰਗ ਹੋਏ ਅਦਕ ਦੁਖਾਰੋ। ਹੁਣ ਜਿਹੜਾ ਸਾਡਾ ਸੰਗ ਹੈ ਨਾ, ਸਾਡੇ ਨਾਲ ਰਹਿਣਾ, ਇਹ ਬਹੁਤਾ ਜ਼ਿਆਦਾ ਦੁਖਦਾਈ ਹੋਣਾ ਕਰੇਗਾ। ਤਹਾਂ ਨਾ ਸਰਦਾ ਪੁਨ ਰਹਿ ਆਵਹਿ। ਜਦੋਂ ਬਹੁਤੇ ਜ਼ਿਆਦਾ ਅੱਗੇ ਜਾ ਕਰਕੇ ਦੁੱਖ ਮਿਲਣਾ ਕਰਨਗੇ, ਫਿਰ ਤੁਹਾਡੇ ਮਨਾਂ ਦੇ ਵਿੱਚ ਕੋਈ ਸ਼ਰਧਾ ਨਹੀਂ ਰਹਿ ਜਾਵੇਗੀ। ਰਹਿ ਸੰਗ ਸੋ ਬਹੁ ਪਛਤਾਵੈ। ਜਿਹੜੀ ਸੰਗਤ ਸਾਡੇ ਨਾਲ ਰਹਿਣਾ ਕਰੇਗੀ ਉਹਨਾਂ ਨੂੰ ਬਹੁਤ ਪਛਤਾਉਣਾ ਪਵੇਗਾ, ਬੜਾ ਪਛਤਾਉਣਗੇ। ਇਸ ਕਾਰਨ ਸੁਧ ਪ੍ਰਥਮ ਜਨਾਈ। ਸਤਿਗੁਰੂ ਜੀ ਕਹਿੰਦੇ ਹਨ ਕਿ ਇਸ ਕਾਰਨ ਕਰਕੇ ਅਸੀਂ ਪਹਿਲਾਂ ਹੀ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ। ਚਲੇ ਜਾਓ ਤਜ ਹਟ ਅਧਿਕਾਈ। ਕਹਿਣ ਲੱਗੇ ਹੁਣ ਤੁਸੀਂ ਚਲੇ ਜਾਣਾ ਕਰੋ। ਜਿਹੜਾ ਨਾਲ ਰਹਿਣ ਦਾ ਸਾਡੇ ਬਹੁਤਾ ਜ਼ਿਆਦਾ ਹੱਠ ਕਰਦੇ ਹੋ ਨਾ, ਜਿੱਦ ਕਰਦੇ ਹੋ, ਉਹ ਤੁਸੀਂ ਹੁਣ ਛੱਡ ਦੇਣੀ ਕਰੋ। ਨਾਹੀ ਤਾਂ ਤਰਾਸ ਹੋਏਗੋ ਭਾਰੀ। ਨਹੀਂ ਤਾਂ ਫਿਰ ਬਹੁਤੇ ਜ਼ਿਆਦੇ ਡਰ ਦੇ ਸਹਿਤ ਹੋਵੋਗੇ। ਰਹਿ ਕੌਣ ਤਬ ਧੀਰਜ ਧਾਰੀ। ਫਿਰ ਜਦੋਂ ਬਹੁਤਾ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਸਮਾਂ ਆਵੇਗਾ ਤਾਂ ਆਪ ਸਾਰੀ ਹੀ ਸੰਗਤ ਬਹੁਤ ਜ਼ਿਆਦੇ ਡਰ ਦੇ ਸਹਿਤ ਹੋਵੋਗੇ। ਫਿਰ ਕਿਹੜਾ ਐਡਾ ਧੀਰਜ ਧਾਰੀ ਹੈ ਜਿਹੜਾ ਸਾਡੇ ਨਾਲ ਰਹਿਣਾ ਕਰੇਗਾ। ਇਤਿਆਦਿਕ ਸਭ ਹੁਣ ਸੁਨਾਇਓ। ਇਤਿਆਦਿਕ ਬਹੁਤ ਸਾਰੇ ਬਚਨ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਹੀ ਸੰਗਤ ਤੱਕ ਸੁਣਾਏ ਹਨ। ਹਿਰਦੈ ਮਹਾ ਪ੍ਰਾਸ ਉਪਜਾਇਓ। ਇਸ ਤਰੀਕੇ ਦੇ ਬਚਨ ਕਹਿ ਕਰਕੇ ਸਾਰੀ ਹੀ ਸੰਗਤ ਦੇ ਵਿੱਚ ਬਹੁਤਾ ਜ਼ਿਆਦਾ ਡਰ ਪੈਦਾ ਕਰ ਦਿੱਤਾ ਹੈ। ਬੋਲੇ ਕਿਤਕ ਜੋਰ ਜੁਗ ਹਾਥ। ਕੁਝ ਕੁ ਸੰਗਤ ਜਿਹੜੀ ਹੈ ਉਹ ਦੋਨੋਂ ਹੱਥ ਜੋੜ ਕਰਕੇ ਸਤਿਗੁਰੂ ਗੁਰੂ
ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅੱਗੇ ਇਸ ਤਰੀਕੇ ਨਾਲ ਬੇਨਤੀਆਂ ਕਰਦੀ ਹੈ। ਰਾਵਰ ਕੇ ਅਨੁਸਾਰੀ ਨਾਥ, ਹੇ ਮਾਲਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਅਸੀਂ ਤਾਂ ਸਦਾ ਹੀ ਆਪ ਜੀ ਦੇ ਅਨੁਸਾਰੀ ਹਾਂ, ਆਪ ਜੀ ਦੇ ਅਧੀਨ ਹਾਂ। ਨਿਜ ਸੰਗ ਰੱਖੋ ਤਉ ਹਮ ਰਹੈ, ਜਿਵੇਂ ਵੀ ਆਪ ਕਹਿੰਦੇ ਹੋ ਉਸੇ ਤਰੀਕੇ ਨਾਲ ਅਸੀਂ ਕਰਦੇ ਹਾਂ। ਨਿਜ ਸੰਗ ਰੱਖੋ ਤੋ ਹਮ ਰਹੈ, ਜੇ ਤਾਂ ਤੁਸੀਂ ਆਪਣੇ ਨਾਲ ਸਾਨੂੰ ਰੱਖੋਗੇ ਤਾਂ ਅਸੀਂ ਆਪ ਜੀ ਦੇ ਨਾਲ ਰਹਿਣਾ ਕਰਾਂਗੇ। ਜਾਹੇ ਸਦਨ ਕੋ ਜੇ ਅਬ ਕਹੈ, ਤੇ ਜੇ ਤੁਸੀਂ ਹੁਣ ਕਹੋਗੇ ਫਿਰ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਜਿਮ ਕਹਿ ਆਇਸ ਲੈ ਕਰ ਗਏ, ਇਸ ਤਰੀਕੇ ਨਾਲ ਬਹੁਤ ਜ਼ਿਆਦੀ ਜਿਹੜੀ ਨਾਲ ਸਤਿਗੁਰੂ ਜੀ ਦੇ ਸੰਗਤ ਸੀ, ਇਹ ਸਾਰੀ ਸੰਗਤ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ। ਸ੍ਰੀ ਗੁਰਦੇਵ ਸੰਗ ਤਜ ਗਏ, ਸ਼੍ਰੋਮਣੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੰਗ ਸਾਥ ਰਹਿਣਾ ਇਹ ਛੱਡ ਗਏ ਹਨ। ਪੰਜ ਸ਼ੌਰ ਗੁਰੂ ਟਿਕ ਰਹੇ, ਸਤਿਗੁਰੂ ਮਹਾਰਾਜ ਜੀ ਦੇ ਨਾਲ 5 ਘੋੜ ਅਸਵਾਰ ਰਹੇ ਹਨ। ਜਿਨਹੁ ਸੰਗ ਕੋ ਹਠ ਬਹੁ ਗਏ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਹਿਣ ਦਾ ਬਹੁਤਾ ਜ਼ਿਆਦਾ ਹੱਠ ਫੜਿਆ ਹੋਇਆ ਹੈ, ਬਹੁਤੀ ਜ਼ਿਆਦੀ ਜਿੱਦ ਕੀਤੀ ਹੋਈ ਹੈ ਕਿ ਹੇ ਸਤਿਗੁਰੂ ਮਹਾਰਾਜ ਜੀ, ਅਸੀਂ ਤਾਂ ਆਪ ਜੀ ਦੇ ਨਾਲ ਹੀ ਰਹਿਣਾ ਕਰਾਂਗੇ। ਮਤੀ ਦਾਸ ਇੱਕ ਗੁਰੂ ਦੀਵਾਨ, ਇਹਨਾਂ 5 ਸਿੱਖਾਂ ਦੇ ਵਿੱਚੋਂ ਭਾਈ ਮਤੀ ਦਾਸ ਜੀ ਜੋ ਸਤਿਗੁਰੂ ਮਹਾਰਾਜ ਜੀ ਦੇ ਦੀਵਾਨ ਹਨ, ਰਹਿਤ ਸਮੀਪ ਸਦੀਵ ਸੁਜਾਨ, ਐਸੇ ਸ੍ਰੇਸ਼ਟ ਸੁਭਾਅ ਵਾਲੇ ਜੋ ਸਤਿਗੁਰੂ ਮਹਾਰਾਜ ਜੀ ਦੇ ਹਮੇਸ਼ਾ ਹੀ ਕੋਲ ਰਹਿੰਦੇ ਹਨ। ਹਿਰਦੇ ਸ਼ੁੱਧ ਸੇਵਾ ਬਹੁ ਕਰੀ, ਭਾਈ ਮਤੀ ਦਾਸ ਜੀ ਨੇ ਸ਼ੁੱਧ ਹਿਰਦੇ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਜ਼ਿਆਦੀ ਸੇਵਾ ਕੀਤੀ ਹੈ। ਅਜਮਤ ਰਹੀ ਕੁਮਤ ਪਰ ਹਰੀ, ਤੇ ਸਤਿਗੁਰੂ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕਰਕੇ ਭਾਈ ਮਤੀ ਦਾਸ ਜੀ ਨੇ ਬਹੁਤ ਸਾਰੀਆਂ ਸ਼ਕਤੀਆਂ ਪ੍ਰਾਪਤ ਕਰ ਲਈਆਂ ਹਨ। ਤੇ ਜਿਹੜੀ ਖੋਟੀ ਮਤ ਹੈ ਉਹ ਸਾਰੀ ਨਾਸ ਕਰ ਦਿੱਤੀ ਹੈ। ਗਿਆਨਵਾਨ ਸਮਰੱਥ ਸਭ ਰੀਤ, ਭਾਈ ਮਤੀ ਦਾਸ ਜੀ ਬੜੇ ਗਿਆਨਵਾਨ ਹਨ, ਬੜੇ ਸੂਝਵਾਨ ਸਿਆਣੇ ਸਿੱਖ ਹਨ। ਫਿਰ ਸਮਰੱਥ ਸਭ ਰੀਤ, ਸਾਰੀਆਂ ਰੀਤਾਂ ਕਰਕੇ ਸਮਰੱਥ ਹਨ। ਜੋ ਵੀ ਕਹਿਣ, ਜੋ ਵੀ ਕਰਨਾ ਚਾਹਣ ਉਹ ਕਰ ਸਕਦੇ ਹਨ। ਧੀਰਜ ਆਦ ਬਿਰੰਦ ਗੁਣ ਜੀਤ, ਫਿਰ ਧੀਰਜ ਆਦ ਜੋ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਸੁਭ ਗੁਣ ਜਿੰਨੇ ਵੀ ਹਨ ਇਹ ਸਾਰੇ ਹੀ ਭਾਈ ਮਤੀ ਦਾਸ ਜੀ ਦੇ ਪਾਸ ਹਨ, ਚਿੱਤ ਵਿੱਚ ਹਨ। ਦ੍ਰਿੜ ਮਨ ਕਰਕੇ ਸੰਗ ਨਾ ਤਿਆਗਾ, ਪੱਕਾ ਮਨ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਹਿਣ ਦਾ ਭਾਈ ਮਤੀ ਦਾਸ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਾਥ ਨਹੀਂ ਛੱਡਿਆ ਹੈ। ਸ੍ਰੀ ਗੁਰਦੇਵ ਚਰਨ ਅਨੁਰਾਗਾ, ਸ਼੍ਰੋਮਣੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਬਹੁਤੇ ਜ਼ਿਆਦੇ ਪ੍ਰੇਮੀ ਹਨ ਭਾਈ ਮਤੀ ਦਾਸ ਜੀ। ਦੂਸਰ ਰਹਿਓ ਸੰਗ ਗੁਰ ਦਿੱਤਾ, ਦੂਸਰੇ ਸਿੱਖ ਬਾਬਾ ਗੁਰਦਿੱਤਾ ਜੀ ਨਾਲ ਰਹੇ ਹਨ। ਬ੍ਰਿਧ ਕੇ ਬੰਸ ਜਨਮ ਜਿਨ ਦਿੱਤਾ, ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚ ਜਨਮ ਲਿਆ ਹੈ। ਖਸ਼ਟਮ ਥਾਨ ਬ੍ਰਿਧ ਤੇ ਭਇਓ, 6ਵੇਂ ਥਾਂ ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਹੋਏ ਹਨ ਭਾਈ ਗੁਰਦਿੱਤਾ ਜੀ। ਰਾਮ ਕੋਇਰ ਜਿਸ ਤੇ ਉਪਜਿਓ, ਜਿਨ੍ਹਾਂ ਦੇ ਘਰ ਵਿੱਚ ਬਾਬਾ ਰਾਮ ਕੋਇਰ ਜੀ ਹੋਏ ਹਨ, ਜੋ ਬ੍ਰਹਮ ਗਿਆਨੀ ਹੋਏ ਹਨ। ਸਰਬ ਗੁਰਨ ਕੇ ਸੰਗੀ ਰਹੇ, ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕਰਕੇ ਬਾਬਾ ਬੁੱਢਾ ਜੀ ਦੀ ਕੁਲ ਦੇ ਵਿੱਚ ਜਿੰਨੇ ਵੀ ਅੱਗੇ ਤੋਂ ਅੱਗੇ ਮਹਾਂਪੁਰਸ਼ ਹੋਏ ਹਨ, ਇਹ ਸਾਰੇ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਨਾਲ ਲੈ ਕਰਕੇ ਤੇ ਸਾਰੇ ਹੀ ਸਿੱਖ ਬਣ ਕਰਕੇ ਸੇਵਾ ਦੇ ਵਿੱਚ ਸਤਿਗੁਰੂਆਂ ਜੀ ਦੇ ਨਾਲ ਰਹੇ ਹਨ।
ਕਰਾਮਾਤ ਮਹਿ ਪੂਰਨ ਅਹੇ। ਸਾਰੇ ਹੀ ਬਾਬਾ ਬੁੱਢਾ ਜੀ ਤੋਂ ਲੈ ਕਰਕੇ ਜਿੰਨੇ ਵੀ ਇਹਨਾਂ ਦੀ ਕੁਲ ਵਿੱਚ ਹੋਏ ਹਨ, ਸਾਰੇ ਹੀ ਕਰਾਮਾਤਾਂ ਦੇ ਸਹਿਤ ਭਾਵ ਕਿ ਸ਼ਕਤੀਆਂ ਦੇ ਵਿੱਚ ਪੂਰਨ ਹੋਏ ਹਨ। ਜਿਨ ਕੇ ਲੇਸ਼ ਨਾ ਮੋਹ ਨ ਮਾਇਆ, ਜਿਨ੍ਹਾਂ ਦੇ ਮਨ ਦੇ ਵਿੱਚ ਮੋਹ ਮਾਇਆ ਦਾ ਲੇਸ ਮਾਤਰ ਵੀ ਕੋਈ ਅਸਰ ਨਹੀਂ ਹੈ। ਔਰ ਬ੍ਰਹਮ ਗਿਆਨੀ ਆਨੰਦ ਪਾਇਆ, ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦਾ ਆਨੰਦ ਇਹਨਾਂ ਨੇ ਪਾਇਆ ਹੋਇਆ ਹੈ। ਦੋਏ ਇਹ ਅਪਰ ਸੰਗ ਸਿੱਖ ਤੀਨ, ਦੋਏ ਇਹ ਸੰਗ, ਦੋ ਤਾਂ ਇਹ ਸਿੱਖ ਹਨ, ਭਾਈ ਮਤੀ ਦਾਸ ਜੀ ਤੇ ਭਾਈ ਗੁਰਦਿੱਤਾ ਜੀ। ਤਿੰਨ ਸਿੱਖ ਹੋਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਹਨ। ਰਹੇ ਗੁਰੂ ਕੇ ਨਿਕਟ ਪਰਬੀਨ, ਪੰਜੇ ਹੀ ਸਿਆਣੇ ਸਿੱਖ ਜਿਹੜੇ ਹਨ, ਇਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹੇ ਹਨ। ਸੈਫ ਦੀਨ ਤੇ ਲੀਨ ਵਿਦਾਈ, ਸੈਫ ਦੀਨ ਤੋਂ ਵਿਦਾਇਗੀ ਲੈ ਕਰਕੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੀਨ ਡਾਰ ਤਿਆਰੀ ਕਰਵਾਈ, ਘੋੜਿਆਂ ਦੇ ਉੱਪਰ ਜੀਨਾ ਡਾਲ ਕਰਕੇ ਭਾਵ ਕੇ ਕਾਠੀਆਂ ਪਾ ਕਰਕੇ ਤੇ ਚੱਲਣ ਦੀ ਤਿਆਰੀ ਕਰਵਾਈ ਹੈ। ਅਪਰਦਾਸ ਨਿਜ ਨਿਜ ਘਰ ਗਏ, ਹੋਰ ਜਿੰਨੀ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੰਗਤ ਹੀ, ਉਹ ਸਾਰੀ ਹੀ ਸਤਿਗੁਰੂ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਈ ਹੈ। ਗੁਰੂ ਭੇਵ ਨਹਿ ਜਾਣਤ ਭਏ, ਸਤਿਗੁਰੂ ਮਹਾਰਾਜ ਜੀ ਦਾ ਭੇਦ ਕਿਸੇ ਨੇ ਵੀ ਜਾਣਿਆ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕੀ ਕੌਤਕ ਵਰਤਾਉਣਗੇ। ਸੋ ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਅੱਗੇ ਜਿਵੇਂ ਵੀ ਸਤਿਗੁਰੂ ਮਹਾਰਾਜ ਜੀ ਇੱਥੋਂ ਅੱਗੇ ਜਾਣਗੇ, ਜੋ ਵੀ ਪ੍ਰਸੰਗ ਹੋਵੇਗਾ, ਆਪ ਸਾਰੀ ਸੰਗਤ ਜੀ ਕੱਲ ਦੇ ਦੀਵਾਨਾਂ ਦੇ ਵਿੱਚ ਸਮੇਂ ਸਿਰ ਹਾਜ਼ਰੀਆਂ ਭਰ ਕੇ ਸਾਰੀ ਹੀ ਸੰਗਤ ਨੇ ਕਥਾ ਸੁਣਨ ਦਾ ਲਾਹਾ ਪ੍ਰਾਪਤ ਕਰਨਾ ਜੀ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਦਾਸ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਸਾਰੀ ਸੰਗਤ ਗੁਰੂ ਸਮਾਨ ਹੋ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਖਸ਼ ਲੈਣ। ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ ਕਰਕੇ ਸੁਧ ਅਰਥਾਂ ਦੇ ਸਹਿਤ ਕਥਾ ਵਿਚਾਰ ਕਰਨ ਦੇ ਬਲ ਬਖਸ਼ਣ। ਇੱਥੇ ਹੀ ਦੋ ਪੰਕਤੀਆਂ ਪੜ੍ਹ ਕੇ ਹੁਣ ਸਮਾਪਤੀ ਹੈ ਜੀ। ਅਪਰਦਾਸ ਨਿਜ ਨਿਜ ਘਰ ਗਏ, ਗੁਰੂ ਭੇਵ ਲਹਿ ਜਾਣਤ ਭਏ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਹੇ ਉਚਿਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਵੇਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਲੀਜੈ ਨਾਮ ਦਾਨ ਰਾਖੋ ਹੀ
ਏਕ ਅਖਰ ਹਰ ਮਨ ਬਸਤ, ਨਾਨਕ